प्यारे विद्यार्थियों सत श्री अकाल। अज आपां इस वीडियो विच जुलाई टैसट जो 8वीं जमात के विद्यार्थियों लई 5 जुलाई ਨੂੰ होया सी उस ਨੂੰ हल करांगे ਤਾਂ जो ਤੁਹਾਨੂੰ ਆਪਣੇ ਪ੍ਰਸ਼ਨਾਂ ਦੇ ਸਹੀ ਉੱਤਰ ਬਾਰੇ ਪਤਾ ਲੱਗ ਸਕੇ ਅਤੇ ਤੁਹਾਨੂੰ ਪਤਾ ਲੱਗ ਸਕੇ ਵੀ ਤੁਹਾਡੇ ਇਸ ਟੈਸਟ ਵਿੱਚ ਕੁੱਲ ਕਿੰਨੇ ਅੰਕ ਬਣਦੇ ਹਨ ਜਾਂ ਤੁਸੀਂ ਕਿੰਨੇ ਅੰਕ ਪ੍ਰਾਪਤ कर सकते हो। तो सब तो पहला जिहड़े विद्यार्थियों ने अजे तक इस चैनल ਨੂੰ सबसक्राइब नहीं किया वो विद्यार्थी इस चैनल ਨੂੰ सबसक्राइब जरूर करन ਤਾਂ जो उन्होंने समय समय ते इहो जिहे वीडियो देखण ਨੂੰ मिल सकन ते अपने आने वाले पेपरां ਦੀ भी तैयारी ਉਹ चंगी तरह कर सकन। ਤਾਂ आओ ਆਪਾਂ ਹੁਣ इस टैसट ਦਾ हल शुरू करते हैं। ਤਾਂ ਵਿਦਿਆਰਥੀਓ ਪਹਿਲਾਂ ਆਪਾਂ ਸੈਕਸ਼ਨ ਏ ਜਾਣੀ ਕਿ ਭਾਗ ਊੜਾ ਦੇ ਪ੍ਰਸ਼ਨਾਂ ਨੂੰ ਹੱਲ ਕਰਦੇ ਹਾਂ। ਤਾਂ ਬੱਚੋ ਸਾਡੇ ਕੋਲ ਪਹਿਲਾ ਪ੍ਰਸ਼ਨ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ -7/8 ਅਤੇ 4/21 ਦਾ ਗੁਣਨਫਲ ਹੈ। ਤਾਂ ਬੱਚੋ ਸਿੰਪਲ ਸਵਾਲ ਸੀ, ਅਸੀਂ ਇਹਦੇ ਵਿੱਚ ਕੀ ਕਰਨਾ ਸੀਗਾ ਵੀ ਇਹਨਾਂ ਦੀ ਗੁਣਾ ਕਰਨੀ ਸੀ। ਬੱਚੋ ਅਸੀਂ ਜੇ ਗੁਣਾ ਕਰਾਂਗੇ ਤਾਂ ਸਾਡੇ ਕੋਲ ਕੀ ਜਾਣਾ ਹੈ -7/8 ਗੁਣਾ 4/21। ਬੱਚੇ ਆਪਾਂ ਨੂੰ ਕੱਢਦੇ ਆ 4 × 4 4 दूनी 8 7 × 7 7 × 21। ਬੱਚੋ ਇੱਕ ਨਿਸ਼ਾਨੀ ਚ ਮਾਈਨਸ ਦੀ ਬਚ ਗਈ, ਉੱਪਰ 1 ਗੁਣਾ 1 1 ਥੱਲੇ 2 ਗੁਣਾ 3 6 ਯਾਨੀ ਕਿ -1/6 यानी कि -1/6 बच्चों इस प्रश्न का सही उत्तर सी। बच्चों साडे कोल दूसरा प्रश्न सी हेठ लिखिया विचों किहड़ा -1 ਅਤੇ 0 विचकार है। तो बच्चों असीं देखना -1 ਅਤੇ 0 ਦੇ ਵਿਚਕਾਰ यानी कि बच्चों ਇਹਦੀ वैल्यू -1 ਤੋਂ ਘੱਟ ਹੋਵੇਗੀ ਅਤੇ 0 ਤੋਂ ਵੱਧ ਹੋਵੇਗੀ यानी कि -1 ਅਤੇ 0 ਦੇ ਵਿਚਕਾਰ ਅਸੀਂ ਇਸ ਨੂੰ ਦੇਖਣਾ ਹੈ। ਤਾਂ ਬੱਚਿਓ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਜਿਹੜੀ ਸੰਖਿਆ ਹੈਗੀ ਉਹ ਕਿਹਦੇ ਵਾਲੀ ਹੋਵੇਗੀ, ਉਹ ਸੰਖਿਆ ਘਟਾਓ ਵਾਲੀ ਹੀ ਹੋਵੇਗੀ। ਹੁਣ ਦੇਖੋ ਬੱਚੋ 0 ਦਾ ਆਨਸਰ ਇਹਦਾ ਨਹੀਂ ਹੋ ਸਕਦਾ ਤਾਂ ਇਸ ਨੂੰ ਆਪਾਂ ਕੈਂਸਲ ਕਰ ਸਕਦੇ ਹਾਂ यानी कि 0 ਸਾਡੇ ਕੋਲ ਆਨਸਰ ਨਹੀਂ ਹੈ। 4/3 ਜਮਾ ਵਾਲਾ ਹੈ, ਇਹ ਵੀ ਆਨਸਰ ਨਹੀਂ ਹੈ। ਹੁਣ ਦੇਖੋ ਜਿਹੜਾ -3 ਹੈ ਇਹ ਵੀ ਆਨਸਰ ਨਹੀਂ ਹੋ ਸਕਦਾ ਕਿਉਂਕਿ ਜੇਕਰ ਆਪਾਂ ਇਸ ਨੂੰ ਸੰਖਿਆ ਰੇਖਾ ਉੱਤੇ ਦੇਖਦੇ ਹਾਂ, ਇਹ ਮੰਨ ਲਓ ਸਾਡੇ ਕੋਲ ਬੱਚੋ 0 ਹੈ, ਇਹ -1 ਹੈ, ਇਹ -2 ਹੈ, ਇਹ -3 ਹੈ। ਤਾਂ ਅਸੀਂ ਸੰਖਿਆ ਦੇਖਣੀ ਸਿਰਫ ਇੱਥੇ ਇਹਨਾਂ ਦੋਨਾਂ ਦੇ ਵਿਚਕਾਰ। ਹੁਣ ਦੇਖੋ ਸਾਡੇ ਕੋਲ ਜੋ 4/3 ਹੈ 1 ਤੋਂ ਵੱਧ ਹੈ, ਇੱਧਰ ਆਵੇਗਾ ਉਹ ਨਹੀਂ ਹੋ ਸਕਦਾ। -3 ਇੱਥੇ ਪਿਆ ਇਹ ਨਹੀਂ ਹੋ ਸਕਦਾ, 0 ਇੱਥੇ ਇਹ ਨਹੀਂ ਹੋ ਸਕਦਾ। ਤੇ ਇਸ ਕਰਕੇ ਬੱਚੋ ਸਾਡੇ ਕੋਲ ਉੱਤਰ ਕੀ ਬਣਦਾ ਗਾ -2/3। ਬੱਚੇ ਸਾਡੇ ਕੋਲ ਤੀਜਾ ਪ੍ਰਸ਼ਨ ਹੈ ਜੇ ਇੱਕ ਸੰਖਿਆ 2 ਨਾਲ ਭਾਗਯੋਗ ਹੈ ਤਾਂ ਹੇਠਾਂ ਦਿੱਤਾ ਕਿਹੜਾ ਅੰਕ ਇਸ ਸੰਖਿਆ ਦਾ ਇਕਾਈ ਅੰਕ ਨਹੀਂ ਹੋ ਸਕਦਾ। ਠੀਕ ਹੈ ਬੱਚਿਓ, ਤਾਂ ਸਾਨੂੰ ਪਤਾ ਹੈ ਵੀ ਜਿਹੜੀ ਸੰਖਿਆ 2 ਨਾਲ ਭਾਗਯੋਗ ਹੁੰਦੀ ਹੈ ਤਾਂ ਉਸ ਦਾ ਜਿਹੜਾ ਇਕਾਈ ਅੰਕ ਆ ਉਹ ਜਿਸਤ ਹੋਣਾ ਜ਼ਰੂਰੀ ਹੈ। ਇਸ ਕਰਕੇ ਬੱਚਿਓ ਜੋ ਜਿਸਤ ਕੀ ਹੈ ਬੱਚਿਓ 0 ਵੀ ਜਿਸਤ ਹੈ, 2 ਵੀ ਜਿਸਤ ਹੈ, 4 ਵੀ ਜਿਸਤ ਹੈ ਤਾਂ 1 ਕੀ ਹੈ ਟਾਂਕ। ਤਾਂ ਇਸ ਕਰਕੇ ਬੱਚਿਓ ਇਸ ਦਾ ਉੱਤਰ ਜੋ 1 ਹੈ ਉਹ ਨਹੀਂ ਹੋ ਸਕਦਾ। ਇਸ ਕਰਕੇ ਇਸ ਪ੍ਰਸ਼ਨ ਦਾ ਜੋ ਸਹੀ ਉੱਤਰ ਬਣਦਾ ਬੱਚਿਓ ਸਾਡੇ ਕੋਲੇ 1 ਹੈ। ਠੀਕ ਹੈ ਬੱਚਿਓ, ਹੁਣ ਆਪਾਂ ਚੌਥਾ ਪ੍ਰਸ਼ਨ ਦੇਖਦੇ ਹਾਂ। ਸੰਖਿਆ 28221 ਹੇਠ ਲਿਖਿਆਂ ਵਿੱਚੋਂ ਕਿਸ ਸੰਖਿਆ ਨਾਲ ਭਾਗਯੋਗ ਹੈ। ਤਾਂ ਬੱਚਿਓ ਆਪਾਂ ਦੇਖਣਾ ਵੀ ਇਹ ਸੰਖਿਆ ਕਿਹਦੇ ਨਾਲ ਭਾਗਯੋਗ ਹੈ। ਤਾਂ ਬੱਚਿਓ ਅਸੀਂ ਦੇਖਿਆ ਇਹਦਾ ਇਕਾਈ ਅੰਕ ਹੈ ਉਹ ਟਾਂਕ ਹੈ, ਇਸ ਕਰਕੇ 2 ਨਾਲ ਭਾਗ ਨਹੀਂ ਹੋ ਸਕਦੀ। ਠੀਕ ਹੈ ਬੱਚਿਓ, ਤੇ 6 ਨਾਲ ਵੀ ਭਾਗ ਨਹੀਂ ਹੋ ਸਕਦੀ। ਠੀਕ ਹੈ, ਹੁਣ ਬੱਚਿਆ ਸਾਡੇ ਕੋਲ 3 ਤੇ 9 ਤਾਂ ਇਹਦੇ ਵਾਸਤੇ ਬੱਚਿਓ ਅਸੀਂ ਇਸ ਦੇ ਅੰਕਾਂ ਦਾ ਜੋੜ ਕਰਕੇ ਦੇਖਦੇ ਹਾਂ। 2 + 8 + 2 + 2 + 1 ਬੱਚਿਓ ਕਿੰਨਾ ਆ ਗਿਆ 10, 2 12 12 ਤੇ 3 15। ਦੇਖੋ 15 ਬੱਚਿਓ 3 ਨਾਲ ਵੰਡੇ ਜਾਂਦੇ ਆ, 5 ਤੀਆ 15। ਹੁਣ 15 ਦੇਖੋ 9 ਨਾਲ ਨਹੀਂ ਵੰਡੇ ਜਾਂਦੇ ਤਾਂ ਇਸ ਕਰਕੇ ਇਸ ਪ੍ਰਸ਼ਨ ਦਾ ਸਹੀ ਉੱਤਰ ਕਿੰਨਾ ਹੈ 3, ਕਿਉਂਕਿ ਜੇਕਰ ਸੰਖਿਆ ਦੇ ਅੰਕਾਂ ਦਾ ਜੋੜ 3 ਨਾਲ ਵੰਡਿਆ ਜਾਂਦਾ ਹੈ ਤਾਂ ਉਹ ਸੰਖਿਆ ਵੀ 3 ਨਾਲ ਵੰਡੀ ਜਾਂਦੀ ਹੈ। ਜੇ 9 ਨਾਲ ਵੰਡਿਆ ਜਾਂਦਾ ਹੈ ਤਾਂ ਉਹ ਸੰਖਿਆ 9 ਨਾਲ ਵੰਡੀ ਜਾਂਦੀ ਹੈ, 3 ਨਾਲ ਹੀ ਵੰਡੀ ਜਾਂਦੀ ਹੈ।
ਲੇਕਿਨ 15 9 ਨਾਲ ਨਹੀਂ ਭਾਗ ਹੁੰਦੇ, ਇਸ ਕਰਕੇ ਇਸਦਾ ਜੋ ਸਹੀ ਉੱਤਰ ਹੈ ਬੱਚਿਓ ਕੀ ਹੈ 3 ਹੈ। ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ 2 ਸਾਲ ਪਹਿਲਾਂ ਮੇਰੀ ਉਮਰ x ਸਾਲ ਸੀ, ਫਿਰ 5 ਸਾਲ ਪਹਿਲਾਂ ਮੇਰੀ ਉਮਰ ਕਿੰਨੀ ਹੋਵੇਗੀ। ਬੱਚੋ ਠੀਕ ਹੈ, ਹੁਣ ਮੰਨ ਲਓ ਆ ਸਾਡੇ ਕੋਲ ਹੋਣ ਵਾਲੀ ਉਮਰ ਆ 1 ਸਾਲ ਪਹਿਲਾਂ, ਆਹ 2 ਸਾਲ ਪਹਿਲਾਂ, ਠੀਕ ਹੈ। ਹੁਣ ਬੱਚੋ ਜਿਹੜੀ 2 ਸਾਲ ਪਹਿਲਾਂ ਉਮਰ ਕਿੰਨੀ ਸੀਗੀ x, ਤਾਂ ਅਸੀਂ ਗਿਣਨੀ ਇਸ ਤੋਂ 5 ਸਾਲ ਪਹਿਲਾਂ, ਜਾਣੀ ਕਿ 4 3 4 5, ਜਾਣੀ ਕਿ ਉਹਦੇ ਵਿੱਚੋਂ ਜਿਹੜੇ 3 ਸਾਲ ਹੋਰ ਆ ਉਹ ਘਟਾਉਣੇ ਹਨ, ਜਾਣੀ ਬੱਚਿਓ ਕੀ ਬਣੇਗੀ x - 3 ਜਿਹੜੀ ਹੈਗੀ ਉਹ ਉਮਰ 5 ਸਾਲ ਪਹਿਲਾਂ ਬਣ ਜਾਵੇਗੀ, ਕਿਉਂਕਿ 2 ਸਾਲ ਤਾਂ ਪਹਿਲਾਂ ਇਹ ਹੈ, ਜਾਣੀ ਕਿ -2 ਤੇ -3 ਜਾਣੀ ਕਿ -5, ਇਸ ਕਰਕੇ ਸਾਡੇ ਕੋਲ ਇਸਦਾ ਉੱਤਰ ਆਵੇਗਾ x - 3, ਤਾਂ x - 3 ਵਿੱਚ ਇਸਦਾ ਉੱਤਰ ਸਹੀ ਹੈ। ਸਾਡੇ ਕੋਲ 6ਵਾਂ ਪ੍ਰਸ਼ਨ ਹੈ ਸਮੀਕਰਨ 3x = 4 - x ਵਿੱਚ -x ਨੂੰ ਖੱਬੇ ਪਾਸੇ ਤਬਦੀਲ ਕਰਨ ਤੇ ਅਸੀਂ ਪ੍ਰਾਪਤ ਕਰਾਂਗੇ। ਬੱਚੋ ਇਹ ਸਾਡੇ ਕੋਲ ਜਿਹੜੀ ਹੈਗੀ ਦਿੱਤੀ ਸਮੀਕਰਨ ਹੈ। ਹੁਣ ਦੇਖੋ ਇਹ ਸਾਡੇ ਕੋਲ -x ਹੈ, ਅਸੀਂ ਇਸ ਨੂੰ ਖੱਬੇ ਪਾਸੇ, ਕਿਉਂਕਿ ਸਾਨੂੰ ਪਤਾ ਹੈ ਖੱਬਾ ਪਾਸਾ ਹੈ, ਇਹ ਸਾਡੇ ਕੋਲੇ ਸੱਜਾ ਪਾਸਾ ਹੈ, ਠੀਕ ਹੈ, ਖੱਬਾ ਪਾਸਾ ਸੱਜਾ ਪਾਸਾ। ਹੁਣ ਜਦੋਂ ਆਪਾਂ ਬੱਚੋ ਸਾਨੂੰ ਪਤਾ ਜਦੋਂ ਅਸੀਂ ਬਰਾਬਰ ਦੇ ਦੂਸਰੇ ਪਾਸੇ ਕੋਈ ਸੰਖਿਆ ਲੈ ਕੇ ਜਾਂਦੇ ਹਾਂ ਤਾਂ ਉਸਦੇ ਮੂਹਰੇ ਜੋ ਚਿੰਨ੍ਹ ਹੁੰਦਾ ਹੈਗਾ ਉਹ ਬਦਲ ਜਾਂਦਾ ਹੈ। ਇਹਦੇ ਮੂਹਰੇ ਚਿੰਨ੍ਹ ਕੀ ਹੈ ਬੱਚਿਓ -x ਦਾ, ਇੱਧਰ ਜਾ ਕੇ ਹੋ ਜਾਵੇਗਾ +x ਦਾ, ਇੱਧਰ ਬੱਚੋ ਕੀ ਬਚਿਆ ਇਕੱਲਾ ਸਾਡੇ ਕੋਲੇ 4, ਤਾਂ ਸਾਡੇ ਕੋਲ ਜਿਹੜੀ ਇਹ ਸਮੀਕਰਨ ਸਾਡੇ ਕੋਲ ਬੱਚੇ ਉਹ ਬਣ ਜਾਵੇਗੀ, ਇਹ ਹੈ ਆਪਸ਼ਨ ਨੰਬਰ 2 ਦੇ ਵਿੱਚ। ਪ੍ਰਸ਼ਨ ਬੱਚੋ ਸਾਡੇ ਕੋਲ 7 ਹੈ ਕਿਹੜੇ ਚਤੁਰਭੁਜ ਦੇ ਸਾਰੇ ਕੋਣ ਸਮਕੋਣ ਕੋਣ ਦੇ ਬਰਾਬਰ ਹੁੰਦੇ ਹਨ, ਇਸ ਦੀਆਂ ਲਾਗਮੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਅਤੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਤਾਂ ਬੱਚੋ ਕੀ ਹੋਵੇਗਾ ਦੇਖੋ ਸਾਡੇ ਕੋਲ ਜੋ ਇਹਦੇ ਕੋਣ ਆਗੇ ਬੱਚਿਓ ਉਹ ਵੀ ਸਾਰੇ ਕੀ ਸਮਕੋਣ, ਤਾਂ ਬੱਚਿਓ ਸਮਕੋਣ ਦਾ ਮਤਲਬ ਕੀ ਹੁੰਦਾ ਗਾ 90 ਡਿਗਰੀ, ਜਾਣੀ ਕਿ ਇਹ ਕੋਣ ਕੀ ਸਾਰੇ 90 ਡਿਗਰੀ ਆ। ਇਸ ਦੀਆਂ ਲਾਗਮੀਆਂ ਭੁਜਾਵਾਂ ਬਰਾਬਰ ਦੇਖੋ ਬੱਚਿਓ, ਜਾਣੀ ਕਿ ਇਹ ਭੁਜਾ ਤੇ ਇਹ ਭੁਜਾ ਕੀ ਆਪਸ ਵਿੱਚ ਬਰਾਬਰ ਹੈ, ਠੀਕ ਹੈ, ਠੀਕ ਹੈ ਬੱਚਿਓ, ਆਹ ਭੁਜਾ ਇਹਦੇ ਬਰਾਬਰ ਹੈ, ਆਹ ਭੁਜਾ ਇਹਦੇ ਬਰਾਬਰ ਹੈ, ਬੱਚਿਓ ਇਹਦੇ ਕੋਣਾਂ ਵਿੱਚ ਸਾਰੇ ਸਾਡੇ ਕੀ ਹੈ 90 ਡਿਗਰੀ ਦੇ ਹਨ, ਠੀਕ ਹੈ ਬੱਚਿਓ। ਇਹਦੇ ਵਿਕਰਨ ਉਹ ਵੀ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ, ਤਾਂ ਬੱਚਿਓ ਕੀ ਹੋਵੇਗਾ ਸਾਡੇ ਕੋਲ ਇਹ ਵਰਗ ਹੀ ਬਣੇਗਾ, ਤਾਂ ਇਸ ਕਰਕੇ ਇਸਦਾ ਉੱਤਰ ਬੱਚਿਓ ਹੈ ਵਰਗ। ਇੱਕ ਤ੍ਰਿਕੋਣ ਦੇ ਸਾਰੇ ਬਾਹਰੀ ਕੋਣਾਂ ਦਾ ਜੋੜ ਹੈ, ਤਾਂ ਬੱਚਿਓ ਸਾਡੇ ਕੋਲ ਕੋਈ ਵੀ ਬਹੁਭੁਜ ਹੋਵੇ, ਤ੍ਰਿਕੋਣ ਹੋਵੇ ਜਾਂ ਤ੍ਰਿਭੁਜ ਹੋਵੇ ਪੰਜਭੁਜ ਹੋਵੇ, ਉਸਦੇ ਜਿਹੜਾ ਬਾਹਰੀ ਕੋਣਾਂ ਦਾ ਜੋੜ ਹੈ ਹਮੇਸ਼ਾ ਕੀ ਹੁੰਦਾ ਹੈ 360 ਡਿਗਰੀ ਹੀ ਹੁੰਦਾ ਹੈ, ਤਾਂ ਬੱਚਿਓ ਇਸ ਕਰਕੇ ਇਸਦਾ ਜੋ ਸਹੀ ਉੱਤਰ ਹੈ ਉਹ ਹੈ 360 ਡਿਗਰੀ। ਸਾਡੇ ਕੋਲ ਬੱਚਿਓ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਇੱਕ ਚਤੁਰਭੁਜ ਦੇ 4 ਅੰਦਰੂਨੀ ਕੋਣ ਹੋ ਸਕਦੇ ਹਨ, ਤਾਂ ਬੱਚਿਓ ਸਾਡੇ ਕੋਲ ਇੱਥੇ ਜਿਹੜੇ 4 ਕੋਣ ਆ ਉਹ ਦਿੱਤੇ ਗਏ ਹਨ, ਠੀਕ ਹੈ, ਅਸੀਂ ਦੱਸਣਾ ਵੀ ਕਿਹੜੇ ਚਤੁਰਭੁਜ ਦੇ ਕੋਣ ਹੋ ਸਕਦੇ ਹਨ। ਤਾਂ ਬੱਚਿਓ ਸਾਨੂੰ ਪਤਾ ਹੈ ਵੀ ਚਤੁਰਭੁਜ ਦੇ ਅੰਦਰੂਨੀ ਕੋਣਾਂ ਦਾ ਜੋ ਜੋੜ ਹੁੰਦਾ ਹੈ ਸਾਡੇ ਕੋਲ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 360 ਡਿਗਰੀ ਹੁੰਦਾ ਹੈ, ਤਾਂ ਅਸੀਂ ਦੇਖਣਾ ਵੀ ਜਿਹੜਾ ਪੇਅਰ ਇਹਨਾਂ ਵਿੱਚੋਂ 360 ਡਿਗਰੀ ਜੋੜ ਬਣਾਉਂਦਾ ਹੈ ਉਹ ਚਤੁਰਭੁਜ ਦੇ ਕੋਣ ਹੋ ਸਕਦੇ। ਬੱਚੋ ਆਪਾਂ ਦੇਖਦੇ ਹਾਂ ਕਿਹੜਾ ਬਣਾਉਂਦਾ, ਦੇਖੋ ਜੇ ਆਪਾਂ ਇਹਨਾਂ ਦਾ ਜੋੜ ਕਰੀਏ ਤਾਂ 180 ਡਿਗਰੀ ਆਵੇਗਾ, 180 ਤੇ 180, ਠੀਕ ਹੈ, 180 ਜੋੜ ਪਹਿਲਾਂ ਦਾ 180 ਇਹਨਾਂ ਦਾ, ਬੱਚੋ ਸਾਡੇ ਕੋਲ ਹੋ ਗਿਆ 360 ਡਿਗਰੀ, ਤਾਂ ਇਸ ਕਰਕੇ ਇਹ ਉੱਤਰ ਇਹਦਾ ਸਹੀ ਬਣਦਾ ਹੈ। ਅਸੀਂ ਹੋਰ ਦੇਖਦੇ ਹਾਂ ਦੇਖੋ ਇਹਦਾ ਜੋੜ ਜਿਹੜਾ 360 ਡਿਗਰੀ ਤੋਂ ਕੀ ਹੈ ਬੱਚਿਓ ਵੱਧ ਹੈ, ਇਹ ਬਣ ਗਿਆ 110 200, ਇਹ ਸਾਡੇ ਕੋਲ ਸਿਰਫ 260 ਡਿਗਰੀ ਬਣਦਾ ਹੈ, ਇਹ ਵੀ ਨਹੀਂ ਹੈ, ਠੀਕ ਹੈ, ਇਹ ਸਾਡੇ ਕੋਲ 150 180 ਇਹ 350 ਬਣਦਾ ਹੈ, ਇਸ ਕਰਕੇ ਇਹ ਵੀ ਨਹੀਂ ਹੈ, ਇਸ ਕਰਕੇ ਜੋ ਆਪਸ਼ਨ ਏ ਹੈ ਬੱਚਿਓ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਦੇਖਾਂਗੇ ਬਹੁਭੁਜਾਂ ਤੇ ਵਿਚਾਰ ਕਰੋ, ਇਹਨਾਂ ਵਿੱਚੋਂ ਕਿਹੜੇ ਅਵਤਲ ਬਹੁਭੁਜ ਹਨ, ਤਾਂ ਬੱਚਿਓ ਦੇਖੋ ਅਵਤਲ ਬਹੁਭੁਜ ਉਹ ਹੁੰਦੇ ਹਨ ਜਿਨ੍ਹਾਂ ਦੇ ਵਿਕਰਨ ਉਸ ਚਿੱਤਰ ਤੋਂ ਬਾਹਰ ਬਣਦੇ ਹਨ। ਦੇਖੋ ਆਪਾਂ ਇਹਦੇ ਵਿਕਰਨ ਖਿੱਚਦੇ ਹਾਂ, ਇਹਦੇ ਵਿਕਰਨ
ਬਿਲਕੁਲ ਬਾਹਰ ਨਹੀਂ ਬਣਦੇ, ਇਸ ਕਰਕੇ ਇਹ ਅਵਤਲ ਨਹੀਂ ਹੈ। ਇਹਦੇ ਵਿਕਰਨ ਆਪਾਂ ਖਿੱਚੀਏ, ਇਹਦੇ ਵਿਕਰਨ ਵੀ ਬਾਹਰ ਨਹੀਂ ਬਣਦੇ, ਇਸ ਕਰਕੇ ਇਹ ਵੀ ਅਵਤਲ ਨਹੀਂ ਹੈ। ਦੇਖੋ ਆਪਾਂ ਇਹਦਾ ਵਿਕਰਨ ਖਿੱਚੀਏ, ਇੱਥੋਂ ਆਪਾਂ ਜੇ ਇੱਥੇ ਖਿੱਚਦੇ ਹਾਂ ਤਾਂ ਬਾਹਰ ਆਉਂਦਾ ਬੱਚਿਓ, ਠੀਕ ਹੈ। ਇਹਦਾ ਵਿਕਰਨ ਆਪਾਂ ਜੇ ਖਿੱਚੀਏ ਤਾਂ ਇਹ ਵੀ ਸਾਡੇ ਕੋਲ ਕੀ ਹੈਗਾ, ਬਾਹਰ ਬਣਦਾ ਹੈ। ਇਸ ਕਰਕੇ W ਅਤੇ ਜਿਹੜੇ Y ਆ ਬੱਚਿਓ, ਉਹ ਕੀ ਆ ਗਏ ਸਾਡੇ ਕੋਲ, ਅਵਤਲ ਬਹੁਭੁਜ ਹਨ। ਤਾਂ ਹੁਣ ਆਪਾਂ ਬੱਚਿਓ ਦੇਖਦੇ ਹਾਂ ਵੀ ਜਿਹੜੇ ਇਹ ਹੈਗੇ, ਇਹ ਕਿਹੜੇ ਆਪਸ਼ਨ ਦੇ ਵਿੱਚ ਹਨ, ਠੀਕ ਹੈ। ਹੁਣ ਸਾਡੇ ਕੋਲ ਆਪਸ਼ਨ ਦੇ ਵਿੱਚ W ਅਤੇ Y, ਤਾਂ W ਅਤੇ Y ਬੱਚਿਓ ਸਾਡੇ ਕੋਲ ਆਪਸ਼ਨ ਵਿੱਚ 2 ਨੰਬਰ ਆਪਸ਼ਨ ਦੇ ਵਿੱਚ ਹਨ। ਤਾਂ ਇਸ ਕਰਕੇ ਆਪਸ਼ਨ ਨੰਬਰ 2 ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਆ ਉਹ ਬਣੇਗਾ। W ਅਤੇ Y ਦੋਨੇ ਕੀ ਆ ਗਏ, ਅਵਤਲ, ਠੀਕ ਹੈ। ਬੱਚਿਓ 11ਵਾਂ ਪ੍ਰਸ਼ਨ ਹੈ, ਇੱਕ ਦਾ ਜੁੜਾਤਮਕ ਉਲਟ ਕ੍ਰਮ ਕੀ ਹੈ, ਠੀਕ ਹੈ। ਤਾਂ ਬੱਚਿਓ ਇਹਦਾ ਜੋ ਜੁੜਾਤਮਕ ਉਲਟ ਕ੍ਰਮ ਸਾਨੂੰ ਪਤਾ ਵੀ ਉਹ ਹੁੰਦਾ ਹੈ ਜਦੋਂ ਅਸੀਂ ਇੱਕ ਦੇ ਵਿੱਚ ਕਿਹੜਾ ਅੱਖਰ ਜੋੜੀਏ ਤਾਂ ਕਿ ਉਹਨਾਂ ਦਾ ਜਿਹੜਾ ਉੱਤਰ ਆ ਉਹ 0 ਆ ਜਾਵੇ। ਤਾਂ ਇੱਕ ਵਿੱਚ ਸਾਨੂੰ ਕੀ ਜੋੜਨਾ ਪੜੇਗਾ, -1। ਇਸ ਕਰਕੇ ਇੱਕ ਦਾ ਜੋ ਜੁੜਾਤਮਕ ਉਲਟ ਕ੍ਰਮ ਐਡਿਟਿਵ ਇਨਵਰਸ ਹੈ ਉਹ ਬੱਚਿਓ -1 ਹੈ। ਤਾਂ ਬੱਚਿਓ ਬਹੁਤ ਸੌਖਾ ਪ੍ਰਸ਼ਨ ਹੈ, ਸਾਰਿਆਂ ਨੂੰ ਲਗਭਗ ਆਉਂਦਾ ਹੋਵੇਗਾ। ਕਿਸੇ ਵੀ ਦੋ ਪ੍ਰਮੇୟ ਸੰਖਿਆਵਾਂ ਦੇ ਵਿਚਕਾਰ ਪ੍ਰਮੇୟ ਸੰਖਿਆਵਾਂ ਹੁੰਦੀਆਂ ਹਨ। ਤਾਂ ਸਾਨੂੰ ਪਤਾ ਹੈ ਦੋ ਪ੍ਰਮੇୟ ਸੰਖਿਆਵਾਂ ਦੇ ਵਿਚਕਾਰ ਅਸੀਂ ਅਨੰਤ ਇਨਫਾਈਨਾਈਟ ਜਿਹੜੀਆਂ ਪ੍ਰਮੇਯ ਸੰਖਿਆਵਾਂ ਉਹ ਬਣਾ ਸਕਦੇ ਹਾਂ। ਇਸ ਕਰਕੇ ਬੱਚਿਓ ਇਸ ਦਾ ਉੱਤਰ ਹੈ ਅਨੰਤ ਇਨਫਾਈਨਾਈਟ। ਬੱਚਿਓ ਅਗਲਾ ਪ੍ਰਸ਼ਨ ਹੈ, x ਵਿੱਚੋਂ 8 ਘਟਾਉਣ ਤੇ 2 ਪ੍ਰਾਪਤ ਹੁੰਦਾ ਹੈ, x ਦਾ ਮੁੱਲ ਕੀ ਹੋਵੇਗਾ। ਦੇਖੋ ਅਸੀਂ x ਵਿੱਚੋਂ 8 ਘਟਾਇਆ ਤਾਂ ਸਾਨੂੰ 2 ਮਿਲਿਆ। ਤਾਂ ਬੱਚਿਓ ਅਸੀਂ ਕਿਹੜੀ ਸੰਖਿਆ 8 ਘਟਾ ਕੇ ਸਾਨੂੰ 2 ਪ੍ਰਾਪਤ ਹੋਵੇ, ਤਾਂ 10। ਜੇ ਅਸੀਂ 10 ਵਿੱਚੋਂ 8 ਘਟਾਵਾਂਗੇ ਤਾਂ ਹੀ 2 ਮਿਲੇਗਾ। ਇਸ ਦਾ ਮਤਲਬ x ਦਾ ਮੁੱਲ ਕਿੰਨਾ ਸਾਡੇ ਕੋਲੇ 10। ਤਾਂ ਬੱਚਿਓ 10 ਇਹਦਾ ਕੀ ਹੈ, ਸਹੀ ਉੱਤਰ ਹੈ। ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਹੁੰਦੇ ਹਨ, ਸਮਾਨ ਹੁੰਦੇ ਹਨ, ਸੰਪੂਰਕ ਜਾਂ ਪੂਰਕ। ਤਾਂ ਬੱਚਿਓ ਇਸ ਦਾ ਉੱਤਰ ਕੀ ਹੈ, ਸੰਪੂਰਕ, ਜਾਣੀ ਕਿ 180 ਡਿਗਰੀ ਦੇ ਹੁੰਦੇ ਹਨ। ਦੇਖੋ ਇਹ ਸਾਡੇ ਕੋਲ ਇੱਕ ਸਮਾਂਤਰ ਚਤੁਰਭੁਜ ਹੈ। ਬੱਚਿਓ ਸਾਡੇ ਕੋਲ ਦੋ ਰੇਖਾਵਾਂ ਸਮਾਂਤਰ ਹੈ, ਤਾਂ ਦੋ ਸਮਾਂਤਰ ਰੇਖਾਵਾਂ ਵਿਚਕਾਰ ਜਿਹੜੇ ਕੋਣ ਬਣਦੇ ਆ, ਇਹ ਕਿੰਨਾ ਜੋੜ ਕਿੰਨਾ ਹੁੰਦਾ ਹੈ, ਹਮੇਸ਼ਾ 180 ਡਿਗਰੀ। ਇਸ ਕਰਕੇ ਜੋ ਲਾਗਵੇਂ ਕੋਣ ਆ ਬੱਚਿਓ ਸਮਾਂਤਰ ਚਤੁਰਭੁਜ ਦੇ ਉਹ ਸੰਪੂਰਕ, ਜਾਣੀ ਕਿ ਸਪਲੀਮੈਂਟਰੀ 180 ਡਿਗਰੀ ਦੇ ਹੁੰਦੇ ਹਨ। ਬੱਚਿਓ ਸਾਡੇ ਕੋਲ ਸੰਖਿਆ ਹੈ 2 Z 3 5 ਨੂੰ 9 ਨਾਲ ਅਸੀਂ ਪੂਰਾ ਵੰਡਣਾ ਹੈ, ਤਾਂ Z ਦਾ ਮੁੱਲ ਕੀ ਹੋਵੇਗਾ। ਤਾਂ ਬੱਚਿਓ ਸਾਨੂੰ ਪਤਾ ਵੀ ਇਸ ਸੰਖਿਆ ਦਾ ਜਿਹੜਾ ਜੋੜ ਹੈ ਉਹ 9 ਨਾਲ ਵੰਡਿਆ ਜਾਣਾ ਚਾਹੀਦਾ ਹੈ, ਫਿਰ ਹੀ ਉਹ ਸੰਖਿਆ 9 ਨਾਲ ਭਾਗ ਹੁੰਦੀ ਹੈ। ਦੇਖੋ ਬੱਚਿਓ ਆਹ ਜੋੜ ਕਿੰਨਾ ਬਣਦਾ ਹੈ, 8। ਆਹ ਕਿੰਨਾ ਆ ਗਿਆ, 2। ਦੋਨਾਂ ਦਾ ਜੋੜ ਕਰੇ ਬੱਚਿਓ ਕਿੰਨਾ ਬਣ ਗਿਆ, 10। ਜਿਹੜਾ 10 ਹੈ ਬੱਚਿਓ 9 ਤੋਂ ਵੱਧ ਹੈ, ਤਾਂ ਇਸ ਕਰਕੇ 9 ਤੋਂ ਅਗਲੀ ਸੰਖਿਆ ਕਿਹੜੀ 9 ਨਾਲ ਭਾਗ ਹੁੰਦੀ ਹੈ ਬੱਚਿਓ, 18। ਤਾਂ ਸਾਡੇ ਕੋਲੇ 10 ਵਿੱਚ ਸਾਨੂੰ 8 ਜੋੜਨੇ ਪੈਣਗੇ, ਫਿਰ 18 ਬਣੇਗਾ। ਤਾਂ ਫਿਰ ਹੀ ਸਾਡੇ ਕੋਲ 18 ਗਾ 9 ਨਾਲ ਬੱਚਿਓ ਭਾਗ ਹੋ ਜਾਵੇਗਾ। ਇਸ ਕਰਕੇ ਜੋ Z ਦਾ ਮੁੱਲ ਹੈ ਉਹ ਕਿੰਨਾ ਹੋਣਾ ਚਾਹੀਦਾ ਹੈ, ਉਹ 8 ਹੋਣਾ ਚਾਹੀਦਾ ਹੈ। ਤਾਂ ਹੀ ਇਹਨਾਂ ਅੰਕਾਂ ਦਾ ਜੋੜ 18 ਆਵੇਗਾ ਤੇ 9 ਨਾਲ ਵੰਡਿਆ ਜਾਵੇਗਾ। ਅੱਗੇ ਬੱਚਿਓ ਸਹੀ ਗਲਤ ਹੈ। 0 ਇੱਕ ਪੂਰਨ ਸੰਖਿਆ ਹੈ ਪਰ ਇਹ ਪ੍ਰਮੇਯ ਸੰਖਿਆ ਨਹੀਂ ਹੈ। ਹੋਲ ਨੰਬਰ ਹੈ, ਰੈਸ਼ਨਲ ਨੰਬਰ ਨਹੀਂ ਹੈ। ਤਾਂ ਬੱਚਿਓ ਇਹ ਬਿਲਕੁਲ ਗਲਤ ਹੈ। 0 ਪੂਰਨ ਸੰਖਿਆ ਵੀ ਹੈ, ਠੀਕ ਹੈ, ਤੇ ਇਹ ਪ੍ਰਮੇਯ ਸੰਖਿਆ ਨਹੀਂ ਹੈ। ਇਹ ਪ੍ਰਮੇਯ ਸੰਖਿਆ ਹੈ, ਇਹ ਪੂਰਨ ਸੰਖਿਆ ਵੀ ਹੈ। ਸਾਡੇ ਕੋਲੇ 17ਵਾਂ ਪ੍ਰਸ਼ਨ ਹੈ, -1/2 ਦਾ ਗੁਣਾਤਮਕ ਉਲਟ ਕ੍ਰਮ ਕੀ ਹੈ। ਤਾਂ ਬੱਚਿਓ ਸਾਨੂੰ ਪਤਾ ਵੀ 1/2 ਦਾ ਗੁਣਾਤਮਕ ਉਲਟ ਕ੍ਰਮ ਕੀ ਹੋਵੇਗਾ, ਉਹਦਾ ਉਲਟਾ, ਜਾਣੀ ਕਿ 2/1, ਠੀਕ ਹੈ, ਜਾਂ ਆਪਾਂ ਸਿੰਪਲੀ 2 ਕਹਿ ਸਕਦੇ ਹਾਂ, ਲੇਕਿਨ -2 ਤਾਂ ਨਹੀਂ ਹੋਵੇਗਾ, ਇਹ ਗਲਤ ਹੈ। ਇਸ ਕਰਕੇ ਇਹ ਗਲਤ ਹੈ, ਫਾਲਸ ਹੈ। ਸਮੀਕਰਨ 4 ਬਰਾਬਰ -x - 4 ਦਾ ਹੱਲ 0 ਹੈ।
ਤਾਂ ਬੱਚੋ ਦੇਖੋ ਆਪਾਂ ਤਾਂ ਇਹਦਾ ਹੱਲ ਸਿਫਰ ਹੈ ਜਾਂ ਨਹੀਂ ਹੈ। ਦੇਖੋ 4 -x -4 ਬੱਚੋ ਆਪਾਂ ਜਿਸ ਨੂੰ ਇੱਧਰ ਲੈ ਕੇ ਜਾਵਾਂਗੇ ਤਾਂ ਇਹਦੇ ਵਿੱਚ ਜੁੜ ਜਾਵੇਗਾ। ਤਾਂ -x ਕਿੰਨਾ ਆ ਗਿਆ 8 -x ਜਾਣ ਕੇ ਬੱਚੋ x ਦਾ ਮੁੱਲ ਕਿੰਨਾ ਹੈ -8। ਤਾਂ ਸਿਫਰ ਇਸ ਦਾ ਹੱਲ ਨਹੀਂ ਹੈ। ਹੱਲ ਬੱਚੋ ਕੀ ਹੈ -8 ਹੈ। ਇਸ ਕਰਕੇ ਇਹ ਸਮੀਕਰਨ ਦਾ ਉੱਤਰ ਵੀ ਗਲਤ ਹੈ। ਚਤੁਰਭੁਜ ਦੇ ਸਾਰੇ ਕੋਣਾਂ ਦਾ ਜੋੜ 180 ਡਿਗਰੀ ਹੈ। ਬੱਚਿਓ ਕਿੰਨਾ ਹੁੰਦਾ ਤੁਹਾਨੂੰ ਪਤਾ ਹੈ 360 ਡਿਗਰੀ ਹੁੰਦਾ ਹੈ। ਇਸ ਕਰਕੇ ਇਹ ਸਟੇਟਮੈਂਟ ਵੀ ਗਲਤ ਹੈ। ਤੁਹਾਡੇ ਕੋਲ ਅਗਲਾ ਪ੍ਰਸ਼ਨ ਹੈ ਜੇਕਰ ਇੱਕ ਸੰਖਿਆ 2 ਅਤੇ 3 ਦੋਵਾਂ ਨਾਲ ਭਾਗਯੋਗ ਹੈ ਤਾਂ ਇਹ ਸੰਖਿਆ 6 ਨਾਲ ਵੀ ਭਾਗਯੋਗ ਹੋਵੇਗੀ। ਬਿਲਕੁਲ ਸਹੀ ਹੈ ਬੱਚਿਓ। ਠੀਕ ਹੈ, ਜਿਹੜੀ ਸੰਖਿਆ 2 ਅਤੇ 3 ਨਾਲ ਭਾਗ ਹੁੰਦੀ ਹੈ ਉਹ 6 ਨਾਲ ਵੀ ਭਾਗ ਹੁੰਦੀ ਹੈ।